ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਸਿਧਾਂਤ ਤੇ ਪਰੰਪਰਾ ਵਿੱਚ ਸੇਵਾ ਅਤੇ ਸਿਮਰਨ ਦਾ ਕੀ ਮਹੱਤਵ ਹੈ। ਸੇਵਾ ਕਿਸ ਨੂੰ ਆਖਦੇ ਹਨ? ਸੇਵਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਸੇਵਾ ਕਰਕੇ ਸਾਨੂੰ ਗੁਰੂ ਅੱਗੇ ਕੀ ਅਰਦਾਸ ਕਰਨੀ ਚਾਹੀਦੀ ਹੈ? ਜੋ ਸੇਵਾ ਨਹੀਂ ਕਰਦੇ ਉਹਨਾਂ ਬਾਰੇ ਭਾਈ ਗੁਰਦਾਸ ਜੀ ਕੀ ਆਖਦੇ ਹਨ? ਸੇਵਾ ਕਰਦੇ ਸਮੇਂ ਸਾਨੂੰ ਨਾਲ ਹੋਰ ਕੀ ਕਰਨਾ ਚਾਹੀਦਾ ਹੈ? ਆਓ ਅੱਜ ਆਪਾਂ ਇਸ ਵੀਡੀਓ 'ਚ ਸਿੱਖ ਸਿਧਾਂਤ ਅਤੇ ਪਰੰਪਰਾ ਅਤੇ ਸੇਵਾ ਬਾਰੇ ਸਾਂਝ ਪਾਉਂਦੇ ਹਾਂ ਜੀ। ਸੇਵਾ ਦਾ ਸਿੱਖ ਦੇ ਜੀਵਨ ਵਿੱਚ ਬੜਾ ਮਹੱਤਵਪੂਰਨ ਸਥਾਨ ਹੈ, ਉੱਚਾ ਤੇ ਸੁੱਚਾ ਸਥਾਨ ਹੈ। ਸੇਵਾ ਇੱਕ ਅਜਿਹੀ ਪੌੜੀ ਹੈ ਜਿਸ ਰਾਹੀਂ ਸਿੱਖ ਨੇ ਆਤਮਿਕ ਮੰਡਲ ਦੇ ਗੜ੍ਹ ਅਤੇ ਚੜ੍ਹਨਾ ਹੈ। ਦੂਸਰੇ ਸ਼ਬਦਾਂ ਵਿੱਚ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਸੇਵਾ ਤੇ ਸਿਮਰਨ ਸਿੱਖੀ ਦੇ ਦੋ ਅਜਿਹੇ ਥੰਮ ਹਨ ਜਿਨ੍ਹਾਂ ਦੇ ਆਸਰੇ ਸਿੱਖੀ ਦਾ ਮਹਿਲ ਖੜਾ ਹੋਇਆ ਹੈ ਤੇ ਇਹਨਾਂ ਥੰਮਾਂ ਦੇ ਆਸਰੇ ਹੀ ਇਹ ਅੱਜ ਵੀ ਖੜਾ ਹੈ। ਜੇ ਇਹਨਾਂ ਦੋਵਾਂ ਥੰਮਾਂ ਵਿੱਚੋਂ ਇੱਕ ਵੀ ਥੰਮ ਕੱਢ ਦਈਏ ਤਾਂ ਸਿੱਖੀ ਦਾ ਇਹ ਮਹਿਲ ਖੜਾ ਨਹੀਂ ਰਹਿ ਜਾਣਾ, ਢਹਿ ਜਾਣਾ ਹੈ। ਜਦੋਂ ਕੋਈ ਮਨੁੱਖ ਆਪਣੇ ਕਿਸੇ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ ਦੂਜਿਆਂ ਦੇ ਦੁੱਖ ਦੂਰ ਕਰਨ ਜਾਂ ਸੁੱਖ ਦੇਣ ਦੀ ਭਾਵਨਾ ਨਾਲ ਕੋਈ ਕਾਰਜ ਕਰਦਾ ਹੈ ਤਾਂ ਉਸ ਦਾ ਨਾਮ ਹੀ ਸੇਵਾ ਹੈ। ਸੇਵਾ ਤਿੰਨ ਪ੍ਰਕਾਰ ਦੀ ਹੁੰਦੀ ਹੈ: ਤਨ ਕਰਕੇ, ਧਨ ਕਰਕੇ ਅਤੇ ਮਨ ਕਰਕੇ। ਗੁਰਦੁਆਰੇ ਜਾ ਕੇ ਝਾੜੂ ਫੇਰਨਾ, ਜੋੜਿਆਂ ਦੀ ਸੇਵਾ ਕਰਨੀ, ਲੰਗਰ ਵਰਤਾਉਣ ਦੀ ਸੇਵਾ ਕਰਨੀ ਆਦਿ, ਇਹ ਸਭ ਤਨ ਦੁਆਰਾ ਕੀਤੀ ਗਈ ਸੇਵਾ ਹੈ। ਗੁਰਦੁਆਰੇ ਦਸਵੰਧ ਦੇਣਾ, ਲੋੜਵੰਦ ਗਰੀਬ ਮਨੁੱਖ ਦੀ ਮਾਇਆ ਨਾਲ ਸਹਾਇਤਾ ਕਰਨੀ, ਇਹ ਧਨ ਕਰਕੇ ਕੀਤੀ ਗਈ ਸੇਵਾ ਹੈ। ਗੁਰਬਾਣੀ ਪੜ੍ਹਨੀ, ਸੁਣਨੀ ਅਤੇ ਗਾਇਨ ਕਰਨੀ, ਇਹ ਮਨ ਕਰਕੇ ਕੀਤੀ ਗਈ ਸੇਵਾ ਹੈ। ਸਤਿਗੁਰੂ ਜੀ ਗੁਰਬਾਣੀ ਵਿੱਚ ਵਚਨ ਕਰਦੇ ਹਨ ਕਿ ਸਦਾ ਨਿਰਲੋਭ ਰਹਿ ਕੇ ਕਿਸੇ ਫਲ ਦੀ ਆਸ ਰੱਖੇ ਬਿਨਾਂ ਸੇਵਾ ਕਰਨੀ ਚਾਹੀਦੀ ਹੈ। ਕਿਸੇ ਮਹੱਤਵ ਦੀ ਪੂਰਤੀ ਲਈ ਜਾਂ ਆਪਣੀ ਪ੍ਰਸ਼ੰਸਾ ਜਾਂ ਸਨਮਾਨ ਲਈ ਜਾਂ ਅਹੁਦਾ ਪ੍ਰਾਪਤ ਕਰਨ ਲਈ ਸੇਵਾ ਨਹੀਂ ਕਰਨੀ ਚਾਹੀਦੀ। ਉਸ ਦਾ ਲਾਭ ਬਹੁਤਾ ਨਹੀਂ ਮਿਲਦਾ। ਗੁਰੂ ਸਾਹਿਬ ਜੀ ਦੇ ਇਹ ਪਾਵਨ ਸ਼ਬਦ ਇਸ ਪ੍ਰਕਾਰ ਹਨ: ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਹਨ, ਭਾਵ ਜਿਹੜਾ ਜਗਿਆਸੂ ਨਿਸ਼ਕਾਮ ਹੋ ਕੇ ਅਰਥਾਤ ਮਨ ਵਿੱਚ ਕਿਸੇ ਫਲ ਦੀ ਪ੍ਰਾਪਤੀ ਦੀ ਇੱਛਾ ਰੱਖੇ ਬਿਨਾਂ ਸੇਵਾ ਕਰਦਾ ਹੈ, ਉਸ ਨੂੰ ਸੇਵਾ ਦਾ ਸ੍ਰੇਸ਼ਟ ਫਲ ਪਰਮਾਤਮਾ ਦੇ ਦਰਸ਼ਨਾਂ ਦੇ ਰੂਪ ਵਿੱਚ ਮਿਲਦਾ ਹੈ। ਭਾਵ ਉਸ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਪਾਵਨ ਗੁਰਬਾਣੀ ਵਿੱਚ ਫਰਮਾਉਂਦੇ ਹਨ ਕਿ ਸੇਵਾ ਕਰਕੇ ਹੀ ਜਗਿਆਸੂ ਰੱਬੀ ਦਰਗਾਹ ਵਿੱਚ ਪ੍ਰਵਾਨ ਹੋ ਸਕਦਾ ਹੈ।
ਵਿੱਚ ਦੁਨੀਆ ਸੇਵ ਕਮਾਈਐ, ਤਾ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾ ਲੁਢਾਈਐ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਭਾਵ ਦੁਨੀਆ ਵਿੱਚ ਰਹਿੰਦਿਆਂ ਮਨੁੱਖਤਾ ਦੀ ਸੇਵਾ ਕਰਨ ਦੇ ਨਾਲ ਹੀ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਮਿਲਦੀ ਹੈ। ਭਾਵ ਸਤਿਗੁਰੂ ਦੀ ਮਿਹਰ ਦੇ ਪਾਤਰ ਬਣ ਸਕੀਦਾ ਹੈ ਅਤੇ ਇਸ ਤਰ੍ਹਾਂ ਦੀ ਜੀਵਨ ਜੁਗਤ ਨਾਲ ਖੁਸ਼ੀ ਬਾਹਾਂ ਉਲਾਰ ਕੇ ਰੱਬੀ ਦਰਗਾਹ ਵਿੱਚ ਮਾਣ ਨਾਲ ਜਾਈਦਾ ਹੈ। ਭਾਵ ਆਦਰ ਸਤਿਕਾਰ ਪਾਈਦਾ ਹੈ। ਪਰ ਜੋ ਸੇਵਾ ਨਹੀਂ ਕਰਦੇ ਉਹਨਾਂ ਬਾਬਤ ਭਾਈ ਗੁਰਦਾਸ ਜੀ ਇਸ ਤਰ੍ਹਾਂ ਬਚਨ ਕਰਦੇ ਹਨ, ਬਿਨ ਸੇਵਾ ਤਿਰਗ ਹੱਥ ਪੈਰ ਹੋਰ ਨੇਫਲ ਕਰਨੀ। ਭਾਈ ਗੁਰਦਾਸ ਜੀ ਭਾਵ ਉਹਨਾਂ ਪੈਰਾਂ ਤੇ ਹੱਥਾਂ ਨੂੰ ਤਿਰਗ ਫਟਕਾਰ ਹੈ ਜੋ ਗੁਰੂ ਦੀ ਸੇਵਾ ਨਹੀਂ ਕਰਦੇ ਤੇ ਹੋਰ ਝੂਠੀਆਂ ਕਰਨੀਆਂ ਸੰਸਾਰੀ ਕੰਮਾਂ ਕਾਰਾਂ ਵਿੱਚ ਹੀ ਲੱਗੇ ਰਹਿੰਦੇ ਹਨ, ਜੋ ਕਿਸੇ ਕੰਮ ਨਹੀਂ ਆਉਂਦੇ। ਤਿਰਗ ਸ਼ਬਦ ਦੇ ਅਰਥ ਕਿਸੇ ਨੂੰ 100 ਵਾਰੀ ਫਿਟੇ ਮੂੰਹ ਆਖਣਾ ਹੈ। ਮੰਨੋ ਭਾਈ ਗੁਰਦਾਸ ਜੀ ਉਸ ਮਨੁੱਖ ਨੂੰ 100 ਵਾਰੀ ਫਿਟਕਾਰਾਂ ਪਾ ਰਹੇ ਹਨ ਜੋ ਸੇਵਾ ਨਹੀਂ ਕਰਦਾ। ਗੁਰ ਇਤਿਹਾਸ ਵਿੱਚ ਗੁਰੂ ਸਾਹਿਬਾਨ ਵੱਲੋਂ ਗੁਰਗੱਦੀ ਦੀ ਬਖਸ਼ਿਸ਼ ਅਗਲੇ ਗੁਰੂ ਸਾਹਿਬਾਨਾਂ ਨੂੰ ਦੇਣ ਸਮੇਂ ਵੀ ਸੇਵਾ ਨੂੰ ਵੱਡੀ ਕਸਵੱਟੀ ਦੇ ਗੁਣ ਮੰਨਿਆ ਜਾਂਦਾ ਹੈ। ਗੁਰੂ ਸਾਹਿਬਾਨ ਜੀ ਦੇ ਆਪਣੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ, ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਬਾਬਾ ਮੋਹਨ ਜੀ, ਬਾਬਾ ਮਹਾਦੇਵ ਜੀ ਤੇ ਪਿਰਥੀ ਚੰਦ ਆਦਿ ਵਿੱਚ ਭਾਵੇਂ ਹੋਰ ਦੈਵੀ ਗੁਣ ਤਾਂ ਸਨ, ਪਰ ਸੇਵਾ ਭਾਵਨਾ ਦੀ ਘਾਟ ਸੀ। ਇਸੇ ਲਈ ਉਹ ਇਸ ਮਹਾਨ ਬਖਸ਼ਿਸ਼ ਤੋਂ ਵਾਂਝੇ ਰਹਿ ਗਏ। ਭਾਈ ਲਹਿਣਾ ਜੀ, ਬਾਬਾ ਅਮਰਦਾਸ ਜੀ ਤੇ ਭਾਈ ਜੇਠਾ ਜੀ ਨੇ ਲੋਕ ਲਾਜ ਤੋਂ ਬੇਪਰਵਾਹ ਹੋ ਕੇ ਤੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਸੇਵਾ ਕੀਤੀ। ਇਸੇ ਲਈ ਹੀ ਉਹ ਮਹਾਨ ਇਲਾਹੀ ਬਖਸ਼ਿਸ਼ ਦੇ ਪਾਤਰ ਬਣ ਗਏ। ਤਨ ਦੁਆਰਾ ਭਾਵ ਹੱਥੀਂ ਸੇਵਾ ਕਰਨ ਦੀ ਬੜੀ ਮਹਾਨਤਾ ਹੈ ਤੇ ਇਹ ਹਰ ਇੱਕ ਸਿੱਖ ਨੂੰ ਜ਼ਰੂਰ ਕਰਨੀ ਚਾਹੀਦੀ ਹੈ। ਜਿਵੇਂ ਗੁਰਦੁਆਰੇ ਝਾੜੂ ਮਾਰਨਾ, ਬਰਤਨ ਸਾਫ਼ ਕਰਨੇ, ਦਰੀਆਂ ਝਾੜ ਕੇ ਵਿਛਾਉਣੀਆਂ, ਇਸ ਪ੍ਰਕਾਰ ਦੀ ਹੱਥੀਂ ਸੇਵਾ ਕਰਨ ਦੀ ਬੜੀ ਮਹਾਨਤਾ ਹੈ। ਪਰ ਹੱਥੀਂ ਸੇਵਾ ਕਰਨ ਸਮੇਂ ਵਿਚਾਰ ਕੇ ਅਜਿਹੀ ਸੇਵਾ ਕਰਨੀ ਚਾਹੀਦੀ ਹੈ ਜਿਸ ਨੂੰ ਕਰਨ ਦੀ ਉਸ ਸਮੇਂ ਖਾਸ ਲੋੜ ਹੋਵੇ। ਕਈ ਵਾਰ ਸਾਰੇ ਇੱਕ ਹੀ ਸੇਵਾ ਨੂੰ ਵਾਰ-ਵਾਰ ਕਰੀ ਜਾਂਦੇ ਹਨ, ਜਦੋਂ ਕਿ ਵਾਰ-ਵਾਰ ਉਹ ਸੇਵਾ ਕਰਨ ਦੀ ਕੀ ਲੋੜ ਹੁੰਦੀ ਹੈ। ਜਿਵੇਂ ਦਰਬਾਰ ਸਾਹਿਬ ਦੇ ਅੰਦਰ ਬਾਹਰ ਝਾੜੂ ਮਾਰਨਾ, ਨਿਸ਼ਾਨ ਸਾਹਿਬ ਦੀ ਸੇਵਾ ਕਰਨੀ, ਇਸ਼ਨਾਨ ਕਰਵਾਉਣਾ। ਕਈ ਵਾਰ ਆਉਣ ਵਾਲੇ ਸਾਰੇ ਹੀ ਮਾਈ ਭਾਈ ਨਿਸ਼ਾਨ ਸਾਹਿਬ ਦਾ ਇਸ਼ਨਾਨ ਹੀ ਕਰਵਾਏ ਜਾਂਦੇ ਹਨ, ਜਦੋਂ ਕਿ ਪਹਿਲਾਂ ਇੱਕ ਵਾਰ ਇਸ਼ਨਾਨ ਕਰਵਾਇਆ ਗਿਆ ਹੈ, ਫਿਰ ਵੀ ਦੁਬਾਰਾ ਕਰਾਉਣ ਦੀ ਕੀ ਲੋੜ ਹੁੰਦੀ ਹੈ। ਵਾਰ-ਵਾਰ ਨਿਸ਼ਾਨ ਸਾਹਿਬ ਤੇ ਪਾਣੀ ਪਾਉਣ ਨਾਲ ਉਸ ਨੂੰ ਜੰਗ ਲੱਗ ਜਾਂਦਾ ਹੈ, ਜਿਸ ਨਾਲ ਉਸ ਦੀ ਉਮਰ ਘਟ ਜਾਂਦੀ ਹੈ। ਅੱਜ ਕੱਲ੍ਹ ਅਸੀਂ ਹੱਥੀਂ ਸੇਵਾ ਕਰਨ ਦੀ ਬਹੁਤ ਲੋੜ ਨਹੀਂ ਸਮਝਦੇ। ਧਨ ਭਾਵ ਮਾਇਆ ਨਾਲ ਤਾਂ ਅਸੀਂ ਕੁਝ
ਹੱਦ ਤੱਕ ਸੇਵਾ ਕਰ ਲੈਂਦੇ ਹਾਂ, ਪਰ ਹੱਥੀਂ ਸੇਵਾ ਕਰਨੀ ਬਹੁਤੀ ਜ਼ਰੂਰੀ ਨਹੀਂ ਸਮਝਦੇ। ਅੱਜ ਸਾਡੀ ਜੇਬ ਵਿੱਚ 4 ਪੈਸੇ ਹੋਣ ਤਾਂ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਇਹਨਾਂ ਪੈਸਿਆਂ ਦੇ ਨਾਲ ਗੁਰੂ ਨੂੰ ਵੀ ਖਰੀਦ ਲਵਾਂਗੇ। ਸਾਨੂੰ ਜਾਪਦਾ ਹੈ ਕਿ ਕੁਝ ਪੈਸਿਆਂ ਦਾ ਲੰਗਰ ਲਾ ਕੇ ਜਾਂ ਕੁਝ ਪੈਸੇ ਗੋਲਕ ਵਿੱਚ ਪਾ ਕੇ ਅਸੀਂ ਸਭ ਤੋਂ ਵੱਡੇ ਸਿੱਖ ਬਣ ਜਾਵਾਂਗੇ ਤੇ ਗੁਰੂ ਨੂੰ ਖੁਸ਼ ਕਰਕੇ ਸਾਡੀ ਇਸ ਪ੍ਰਕਾਰ ਦੀ ਸੇਵਾ ਸੋਚ ਬਣ ਜਾਣ ਦਾ ਕਾਰਨ ਸਾਡਾ ਬਾਹਰ ਮੁਖੀ ਜ਼ਿਆਦਾ ਹੋਣਾ ਹੈ। ਜਿਵੇਂ ਅਸੀਂ ਪੈਸੇ ਨਾਲ ਸੰਸਾਰਿਕ ਵਸਤੂਆਂ ਪ੍ਰਾਪਤ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਧਰਮ ਦੀ ਅਸੀਂ ਪੈਸਿਆਂ ਨਾਲ ਹੀ ਖਰੀਦ ਲਵਾਂਗੇ। ਕੁਝ ਮਾਈ ਭਾਈ ਜੇਕਰ ਹੱਥੀਂ ਸੇਵਾ ਕਰਦੇ ਹਨ ਤਾਂ ਉਹ ਸੇਵਾ ਦਾ ਦਿਖਾਵਾ ਬਹੁਤਾ ਕਰਦੇ ਹਨ। ਸੇਵਾ ਕਰਕੇ ਦੂਸਰਿਆਂ ਨੂੰ ਦੱਸਦੇ ਫਿਰਦੇ ਹਨ ਕਿ ਅੱਜ ਮੈਂ ਪਹਿਲਾਂ ਇਹ ਤੇ ਫਿਰ ਉਹ ਸੇਵਾ ਕੀਤੀ। ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਉਹਨਾਂ ਨੇ ਇਹ ਸੇਵਾ ਗੁਰੂ ਲਈ ਨਹੀਂ ਬਲਕਿ ਸਿਰਫ ਲੋਕਾਂ ਨੂੰ ਦਿਖਾਉਣ ਲਈ ਹੀ ਕੀਤੀ ਹੋਵੇ। ਐਵੇਂ ਸੇਵਾ ਕਰਕੇ ਸੇਵਾ ਦਾ ਵਿਖਾਵਾ ਕਰਨਾ ਸਾਡੇ ਅੰਦਰ ਨਿਰਮਤਾ ਪੈਦਾ ਕਰਨ ਦੀ ਬਜਾਏ ਅਹੰਕਾਰ ਪੈਦਾ ਹੁੰਦਾ ਹੈ। ਸੇਵਾ ਕਰਕੇ ਵਿਖਾਵਾ ਕਰਨ ਦੀ ਬਜਾਏ ਗੁਰੂ ਅੱਗੇ ਹੱਥ ਜੋੜ ਕੇ ਇਹ ਜੋਦੜੀ ਕਰਨੀ ਚਾਹੀਦੀ ਹੈ ਕਿ ਗੁਰੂ, ਮੇਰੀ ਇੰਨੀ ਔਕਾਤ ਨਹੀਂ ਸੀ ਕਿ ਮੈਂ ਇਹ ਸੇਵਾ ਕਰ ਸਕਦਾ। ਇਹ ਸੇਵਾ ਤੁਸੀਂ ਆਪ ਮਿਹਰ ਕਰਕੇ ਦਾਸ ਤੋਂ ਕਰਵਾਈ ਹੈ। ਇਹ ਗੁਰੂ ਜੀ, ਕਿਰਪਾ ਕਰਕੇ ਅੱਗੇ ਤੋਂ ਵੀ ਨਿਮਾਣੇ ਦਾਸ ਨੂੰ ਐਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਤੇ ਆਪਣੇ ਘਰਦਾਰ ਦੀ ਸੇਵਾ ਦਾਸ ਤੋਂ ਆਪ ਹੀ ਕਰਵਾ ਲੈਣੀ। ਇਸ ਤਰ੍ਹਾਂ ਸੇਵਾ ਕਰਕੇ ਹਮੇਸ਼ਾ ਹੀ ਉਸ ਨੂੰ ਲੁਕਾ ਕੇ ਰੱਖਣਾ ਚਾਹੀਦਾ ਹੈ। ਜਿਵੇਂ ਜ਼ਮੀਨ ਵਿੱਚ ਲੁਕਿਆ ਹੋਇਆ ਬੀਜ ਉੱਗ ਕੇ ਪ੍ਰਫੁੱਲਿਤ ਹੁੰਦਾ ਹੈ, ਇਸੇ ਪ੍ਰਕਾਰ ਲੁਕੀ ਹੋਈ ਸੇਵਾ ਹੀ ਇੱਕ ਦਿਨ ਫਲੀਭੂਤ ਹੁੰਦੀ ਹੈ। ਸਿੱਖ ਇਤਿਹਾਸ ਵੀ ਇਸ ਪੱਖੋਂ ਸਾਡੀ ਅਗਵਾਈ ਇਸ ਤਰ੍ਹਾਂ ਕਰਦਾ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦਰਬਾਰ ਉੱਪਰ ਸੋਨੇ ਦੀ ਸੇਵਾ ਕਰਵਾਈ ਤਾਂ ਉਹਨਾਂ ਨੇ ਦਰਬਾਰ ਸਾਹਿਬ ਦੇ ਬਾਹਰ ਇਹ ਨਹੀਂ ਲਿਖਵਾਇਆ ਕਿ ਇਹ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਹੈ, ਬਲਕਿ ਇਹ ਲਿਖਵਾਇਆ ਕਿ ਇਹ ਸੇਵਾ ਗੁਰੂ ਨੇ ਆਪਣੇ ਦਾਸ ਰਣਜੀਤ ਸਿੰਘ ਤੇ ਆਪ ਮਿਹਰ ਕਰਕੇ ਕਰਵਾਈ ਹੈ। ਪਰ ਅੱਜ ਅਸੀਂ ਜੇਕਰ ਇੱਕ ਮਾਮੂਲੀ ਜਿਹਾ ਪੱਖਾ ਵੀ ਗੁਰਦੁਆਰੇ ਚੜਾਉਂਦੇ ਹਾਂ ਤਾਂ ਉਸ ਉੱਪਰ ਬੜਾ ਵੱਡਾ ਮੋਟਾ ਕਰਕੇ ਇਹ ਲਿਖਵਾ ਦਿੰਦੇ ਹਾਂ ਕਿ ਇਹ ਪੱਖਾ ਫਲਾਣੇ ਸਿੰਘ ਨੇ ਜੋ ਫਲਾਣੀ ਥਾਂ ਤੇ ਫਲਾਣੀ ਨੰਬਰ ਕੋਠੀ ਵਿੱਚ ਰਹਿੰਦਾ ਹੈ ਉਸ ਨੇ ਚੜਾਇਆ ਹੈ। ਪੂਰਾ ਐਡਰੈਸ ਪੱਖੇ ਦੇ ਫਰਾਂ ਤੇ ਲਿਖ ਦਿੱਤਾ ਜਾਂਦਾ ਹੈ ਤਾਂ ਕਿ ਗੁਰਦੁਆਰੇ ਆਉਣ ਵਾਲੇ ਹਰੇਕ ਮਨੁੱਖ ਨੂੰ ਪਤਾ ਲੱਗ ਜਾਵੇ ਕਿ ਇਹ ਪੱਖਾ ਫਲਾਣੇ ਬੰਦੇ ਨੇ ਗੁਰਦੁਆਰੇ ਚੜਾਇਆ ਹੈ ਤੇ ਉਹ ਕਹਿਣ ਕਿ ਉਹ ਕਿੰਨਾ ਦਾਨੀ ਤੇ ਧਰਮੀ ਬੰਦਾ ਹੈ। ਅਜਿਹੀ ਸੇਵਾ ਅਸੀਂ ਕੇਵਲ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਹੀ ਕਰਦੇ ਹਾਂ। ਅਸੀਂ ਜਦੋਂ ਇਹ ਆਖਦੇ ਹਾਂ ਕਿ ਮੈਂ ਗੁਰਦੁਆਰੇ ਨੂੰ ਇੰਨਾ ਪੈਸਾ ਦਾਨ ਕੀਤਾ ਤਾਂ ਅਸੀਂ ਉਸ ਸਮੇਂ
ਮਨ ਨੂੰ ਗੁਰੂ ਨੂੰ ਛੋਟਾ ਬਣਾ ਦਿੰਦੇ ਹਾਂ ਤੇ ਆਪ ਵੱਡੇ ਦਾਨੀ ਬਣ ਜਾਂਦੇ ਹਾਂ। ਇਸੇ ਲਈ ਗੁਰੂ ਜੀ ਨੇ ਦਾਨ ਸ਼ਬਦ ਨੂੰ ਸਿੱਖੀ ਵਿੱਚੋਂ ਖਤਮ ਕਰਦੇ ਹੋਏ ਦਾਨ ਸ਼ਬਦ ਦੀ ਥਾਂ ਤੇ ਸੇਵਾ ਜਾਂ ਦਸਵੰਧ ਸ਼ਬਦ ਦੀ ਵਰਤੋਂ ਕੀਤੀ ਹੈ। ਦਾਨ ਸ਼ਬਦ ਨਾਲ ਜਿੱਥੇ ਬੰਦੇ ਦੇ ਅੰਦਰ ਹਉਮੈ ਪੈਦਾ ਹੁੰਦੀ ਹੈ, ਉੱਥੇ ਸੇਵਾ ਸ਼ਬਦ ਦੀ ਵਰਤੋਂ ਨਾਲ ਮਨੁੱਖ ਦੇ ਅੰਦਰ ਨਿਰਮਲਤਾ ਆਉਂਦੀ ਹੈ ਕਿ ਗੁਰੂ ਜੀ ਮੇਰਾ ਮਾਲਕ ਹੈ ਤੇ ਮੈਂ ਉਸ ਦਾ ਸੇਵਕ ਹਾਂ ਤੇ ਸੇਵਕ ਹੋਣ ਦੇ ਨਾਤੇ ਮੈਂ ਉਸ ਦੀ ਸੇਵਾ ਕਰਨੀ ਹੈ। ਗੁਰਦੁਆਰੇ ਕੁਝ ਦਾਨ ਦੇ ਕੇ ਅਸੀਂ ਗੁਰੂ ਦਾ ਨਹੀਂ ਬਲਕਿ ਗੁਰੂ ਵੱਲੋਂ ਆਪਣਾ ਭਲਾ ਕਰਵਾ ਰਹੇ ਹੁੰਦੇ ਹਾਂ। ਇਸ ਲਈ ਗੁਰਦੁਆਰੇ ਸੇਵਾ ਕਰਕੇ ਸਗੋਂ ਗੁਰੂ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਹੇ ਗੁਰੂ ਜੀ, ਤੇਰਾ ਸ਼ੁਕਰ ਹੈ, ਤੂੰ ਆਪ ਕਿਰਪਾ ਕਰਕੇ ਦਾਸ ਦੇ ਕੋਲੋਂ ਇਹ ਸੇਵਾ ਕਰਵਾ ਲਈ ਹੈ। ਕਈ ਵਾਰੀ ਅਸੀਂ ਸੇਵਾ ਤਾਂ ਠੀਕ ਕਰ ਰਹੇ ਹੁੰਦੇ ਹਾਂ, ਪਰ ਨਾਲ ਉਸ ਨੂੰ ਗਵਾਈ ਵੀ ਜਾਂਦੇ ਹਾਂ। ਉਹ ਇਸ ਤਰ੍ਹਾਂ ਕਿ ਜਦੋਂ ਅਸੀਂ ਸੇਵਾ ਕਰਦੇ ਦੂਸਰਿਆਂ ਦੀ ਨਿੰਦਿਆ ਚੁਗਲੀਆਂ ਕਰਦੇ ਹਾਂ। ਇਸ ਔਗਣ ਤੋਂ ਬਚਦੇ ਹੋਏ ਸੇਵਾ ਕਰਦੇ ਸਮੇਂ ਦੂਜਿਆਂ ਦੀ ਨਿੰਦਿਆ ਚੁਗਲੀ ਕਰਨ ਦੀ ਬਜਾਏ ਵਾਹਿਗੁਰੂ ਨਾਮ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ। ਭਾਵ ਸੇਵਾ ਦੇ ਨਾਲ ਨਾਲ ਸਿਮਰਨ ਦਾ ਫਲ ਵੀ ਸਾਡੀ ਝੋਲੀ ਵਿੱਚ ਪੈ ਜਾਵੇਗਾ। ਸੇਵਾ ਦੇ ਸੰਬੰਧ ਵਿੱਚ ਸਾਡੇ ਅੰਦਰ ਇੱਕ ਹੋਰ ਵੀ ਵੱਡੀ ਗਲਤ ਜਿਹੀ ਧਾਰਨਾ ਬਣੀ ਹੋਈ ਹੈ ਕਿ ਅਸੀਂ ਇੱਕ ਖਾਸ ਕਿਸਮ ਦੀ ਸੇਵਾ ਨੂੰ ਹੀ ਜ਼ਿਆਦਾ ਫਾਇਦੇ ਵਾਲੀ ਸਮਝ ਕੇ ਹਰ ਹਾਲਤ ਵਿੱਚ ਕੇਵਲ ਉਹ ਸੇਵਾ ਹੀ ਕਰਨਾ ਚਾਹੁੰਦੇ ਹਾਂ ਜੋ ਸਾਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇਹ ਸੇਵਾ ਹੀ ਜ਼ਿਆਦਾ ਲਾਭਦਾਇਕ ਹੈ, ਜਾਂ ਇਸ ਸੇਵਾ ਨੂੰ ਕਰਕੇ ਹੀ ਮੈਂ ਗੁਰੂ ਦੀ ਜ਼ਿਆਦਾ ਬਖਸ਼ਿਸ਼ ਨੂੰ ਪ੍ਰਾਪਤ ਕਰ ਸਕਦਾ ਹਾਂ। ਇਹ ਸਾਡੇ ਮਨ ਦਾ ਇੱਕ ਬਹੁਤ ਵੱਡਾ ਭੁਲੇਖਾ ਹੈ। ਗੁਰੂ ਕਦੇ ਵੀ ਇਸ ਚੀਜ਼ ਨੂੰ ਨਹੀਂ ਦੇਖਦਾ ਕਿ ਆਪਣੇ ਸਿੱਖ ਤੇ ਬਖਸ਼ਿਸ਼ ਨਹੀਂ ਕਰਦਾ ਕਿ ਉਸ ਦਾ ਸਿੱਖ ਕਿਸ ਤਰ੍ਹਾਂ ਦੀ ਸੇਵਾ ਕਰ ਰਿਹਾ ਹੈ। ਗੁਰੂ ਤਾਂ ਹਮੇਸ਼ਾ ਇਹ ਦੇਖ ਕੇ ਸਿੱਖ ਨੂੰ ਆਪਣੀ ਗਲਵਖੜੀ ਵਿੱਚ ਲੈਂਦਾ ਹੈ ਕਿ ਉਹ ਸੇਵਾ ਕਿਸ ਭਾਵ ਨਾਲ ਕਰ ਰਿਹਾ ਹੈ। ਜੇਕਰ ਸੇਵਾ ਕਰਨ ਪਿੱਛੇ ਸਿੱਖ ਦੀ ਭਾਵਨਾ ਠੀਕ ਨਹੀਂ ਹੈ ਤੇ ਉਹ ਸੇਵਾ ਕੇਵਲ ਲੋਕਾਂ ਨੂੰ ਦਿਖਾਉਣ ਲਈ ਹੀ ਜਾਂ ਕਿਸੇ ਹੋਰ ਗਲਤ ਭਾਵਨਾ ਨਾਲ ਕਰ ਰਿਹਾ ਹੈ, ਤਾਂ ਅਜਿਹੀ ਸੇਵਾ ਗੁਰੂ ਕਦੇ ਵੀ ਪ੍ਰਵਾਨ ਨਹੀਂ ਕਰਦਾ। ਇਸ ਲਈ ਸੇਵਾ ਦੀ ਸਫਲਤਾ ਜਾਂ ਅਸਫਲਤਾ ਪਿੱਛੇ ਸਾਡੀ ਭਾਵਨਾ ਕੰਮ ਕਰਦੀ ਹੈ, ਨਾ ਕਿ ਇਹ ਚੀਜ਼ ਕਿ ਅਸੀਂ ਕਿਸ ਪ੍ਰਕਾਰ ਦੀ ਸੇਵਾ ਕਰ ਰਹੇ ਹਾਂ। ਗੁਰਬਾਣੀ ਦਾ ਪਵਿੱਤਰ ਵਾਕ ਹੈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ, ਸਾਡੀ ਭਾਵਨਾ ਅਨੁਸਾਰ ਸਾਡੀ ਸੇਵਾ ਨੂੰ ਫਲ ਲੱਗਦਾ ਹੈ। ਇਸ ਗੱਲ ਦੀ ਗਵਾਹੀ ਭਾਈ ਗੁਰਦਾਸ ਜੀ ਇਸ ਤਰ੍ਹਾਂ ਕਰਦੇ ਹਨ,
ਤੈਸੇ ਗੁਰ ਸਰਨ ਆਵਤ ਹੈ। ਅਨੇਕ ਸਿੱਖ ਜੈਸੋ ਜੈਸੋ ਭਾਉ ਤੈਸੀ ਕਾਮਨਾ ਪੁਜਾਵਈ। ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਅਨੇਕਾਂ ਹੀ ਸਿੱਖ ਗੁਰੂ ਦੀ ਸ਼ਰਨ ਵਿੱਚ ਆ ਕੇ ਸੇਵਾ ਸਿਮਰਨ ਕਰਦੇ ਹਨ ਅਤੇ ਗੁਰੂ ਸਾਹਿਬਾਨ ਜੀ ਉਹਨਾਂ ਦੇ ਭਾਵਨਾਵਾਂ ਅਨੁਸਾਰ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ। ਇਸ ਤੋਂ ਇਲਾਵਾ ਸੇਵਾ ਦੇ ਸੰਬੰਧ ਵਿੱਚ ਇੱਕ ਗੱਲ ਹੋਰ ਵੀ ਸਾਨੂੰ ਸਪਸ਼ਟ ਹੋਣੀ ਬਹੁਤ ਜ਼ਰੂਰੀ ਹੈ ਤੇ ਉਹ ਇਹ ਹੈ ਕਿ ਆਮ ਕਰਕੇ ਜਦੋਂ ਅਸੀਂ ਕਿਸੇ ਕਾਮਨਾ ਨੂੰ ਮੁੱਖ ਰੱਖ ਕੇ ਸੇਵਾ ਕਰਦੇ ਹਾਂ ਤੇ ਕੁਝ ਕੁ ਦਿਨ ਸੇਵਾ ਕਰਨ ਤੋਂ ਬਾਅਦ ਜੇਕਰ ਸਾਡੀ ਉਹ ਕਾਮਨਾ ਪੂਰੀ ਨਾ ਹੋਵੇ ਤਾਂ ਅਸੀਂ ਇਹ ਕਰਕੇ ਕਹਿ ਕੇ ਸੇਵਾ ਕਰਨੀ ਛੱਡ ਦਿੰਦੇ ਹਾਂ ਕਿ ਇੱਛਾ ਤਾਂ ਪੂਰੀ ਹੋਈ ਨਹੀਂ, ਇਸ ਲਈ ਸੇਵਾ ਕਰਨ ਦਾ ਕੀ ਫਾਇਦਾ। ਪਹਿਲੀ ਗੱਲ ਤਾਂ ਇਹ ਹੈ ਕਿ ਜਿਵੇਂ ਅਸੀਂ ਪਹਿਲਾਂ ਹੀ ਵਿਚਾਰ ਕਰ ਚੁੱਕੇ ਹਾਂ ਕਿ ਜੇਕਰ ਅਸੀਂ ਕਿਸੇ ਕਾਮਨਾ ਨੂੰ ਮੁੱਖ ਰੱਖ ਕੇ ਸੇਵਾ ਕਰ ਰਹੇ ਹਾਂ ਤਾਂ ਅਸੀਂ ਮੁੱਢ ਤੋਂ ਹੀ ਗੁਰਮਤਿ ਦੀ ਵਿਚਾਰਧਾਰਾ ਦੇ ਉਲਟ ਹੋ ਗਏ ਹਾਂ। ਪਰ ਫਿਰ ਵੀ ਜੇਕਰ ਅਸੀਂ ਆਪਣੇ ਕਿਸੇ ਕਾਰਜ ਦੀ ਸਫਲਤਾ ਤੇ ਸੁੱਖ ਸ਼ਾਂਤੀ ਲਈ ਪੂਰੀ ਲਗਨ ਤੇ ਵਿਸ਼ਵਾਸ ਨਾਲ ਸੇਵਾ ਕਰ ਰਹੇ ਹਾਂ ਤਾਂ ਸਮਾਂ ਤਾਂ ਜ਼ਰੂਰ ਲੱਗ ਸਕਦਾ ਹੈ ਪਰ ਸਾਡੀ ਸੇਵਾ ਨੂੰ ਫਲ ਜ਼ਰੂਰ ਲੱਗੇਗਾ, ਕਿਉਂਕਿ ਪ੍ਰਭੂ ਵੀ ਆਪਣੇ ਸੇਵਕ ਤੇ ਬਖਸ਼ਿਸ਼ ਕਰਨ ਤੋਂ ਪਹਿਲਾਂ ਉਸ ਦੀ ਸ਼ਰਧਾ ਅਤੇ ਭਰੋਸੇ ਨੂੰ ਕਸਵੱਟੀ ਲਾ ਕੇ ਦੇਖਦਾ ਹੈ ਕਿ ਉਹ ਇਸ ਸੇਵਾ ਵਿੱਚ ਕਿੰਨਾ ਕੁ ਪਰਪੱਕ ਹੈ। ਇਸ ਲਈ ਸਮਾਂ ਤਾਂ ਜ਼ਰੂਰ ਲੱਗ ਸਕਦਾ ਹੈ ਪਰ ਇਹ ਸਮਝ ਲੈਣਾ ਕਿ ਸਾਡੀ ਕੀਤੀ ਸੇਵਾ ਦਾ ਕੋਈ ਫਾਇਦਾ ਨਹੀਂ ਹੋਇਆ, ਇਹ ਬਹੁਤ ਵੱਡੀ ਬੇਸਮਝੀ ਅਤੇ ਮੂਰਖਤਾ ਹੈ। ਜਿਵੇਂ ਬੀਜੀ ਫਸਲ ਜਾਂ ਰੁੱਖ ਆਦਿ ਤੋਂ ਫਲ ਪ੍ਰਾਪਤ ਕਰਨ ਲਈ ਕੁਝ ਸਮਾਂ ਉਡੀਕ ਕਰਨੀ ਪੈਂਦੀ ਹੈ, ਇਵੇਂ ਹੀ ਕੀਤੀ ਸੇਵਾ ਦਾ ਫਲ ਪ੍ਰਾਪਤ ਕਰਨ ਲਈ ਵੀ ਕੁਝ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ। ਪਾਵਨ ਗੁਰਬਾਣੀ ਦਾ ਵਾਕ ਹੈ, ਪਤਤ ਪਾਵਨ ਹਰ ਮਿਰਦ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਭਾਵ ਜੋ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਪ੍ਰਭੂ ਹੈ, ਉਹ ਇੱਕ ਤਿਲ ਮਾਤਰ ਵੀ ਕਿਸੇ ਦੀ ਘਾਲੀ ਹੋਈ ਘਾਲਣਾ ਨੂੰ ਵਿਅਰਥ ਨਹੀਂ ਜਾਣ ਦਿੰਦਾ। ਅਰਥਾਤ ਥੋੜੀ ਜਿਹੀ ਵੀ ਕੀਤੀ ਹੋਈ ਸੇਵਾ ਸਿਮਰਨ ਦਾ ਫਲ ਉਹ ਜ਼ਰੂਰ ਦਿੰਦਾ ਹੈ। ਸੋ ਜੇਕਰ ਅਸੀਂ ਚਿੱਤ ਲਾ ਕੇ ਪੂਰੇ ਪ੍ਰੇਮ ਤੇ ਸ਼ਰਧਾ ਨਾਲ ਸੇਵਾ ਕਰਦੇ ਹਾਂ ਉਹ ਜ਼ਰੂਰ ਫਲਦਾਇਕ ਹੁੰਦੀ ਹੈ। ਇਸ ਗੱਲ ਦੀ ਗਵਾਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਭਰਦੇ ਹਨ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਪਰ ਜੇਕਰ ਕਿਤੇ ਸਾਡੀ ਕਾਮਨਾ ਪੂਰੀ ਨਾ ਵੀ ਹੋਵੇ ਤਾਂ ਸ਼ਾਇਦ ਉਸੇ ਵਿੱਚ ਹੀ ਸਾਡਾ ਭਲਾ ਹੁੰਦਾ ਹੈ, ਜਿਸ ਨੂੰ ਅਸੀਂ ਸਮਝ ਨਹੀਂ ਸਕਦੇ। ਅਲਪ ਮਤ ਹੋਣ ਕਰਕੇ ਸਮਝ ਨਹੀਂ ਪਾਉਂਦੇ। ਸੋ ਸਾਰੀਆਂ ਵਿਚਾਰਾਂ ਤੋਂ ਬਿਲਕੁਲ ਸਪਸ਼ਟ ਹੈ ਕਿ ਸੇਵਾ ਦਾ ਸਿੱਖ ਦੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ ਤੇ ਹਰ ਇੱਕ ਸਿੱਖ ਲਈ ਸੇਵਾ
ਕਰਨੀ ਅਤੀ ਜ਼ਰੂਰੀ ਹੈ, ਲੋੜਵੰਦ ਹੈ। ਸੇਵਾ ਤੋਂ ਬਗੈਰ ਸਿੱਖ ਦੇ ਜੀਵਨ ਦਾ ਸਫਲ ਨਹੀਂ ਹੈ। ਸੇਵਾ ਹੀ ਤਾਂ ਹੀ ਕੋਈ ਸਿੱਖ ਲਗਨ ਤੇ ਪ੍ਰੇਮ ਨਾਲ ਅਤੇ ਨਿਸ਼ਕਾਮ ਕਰ ਸਕਦਾ ਹੈ। ਜੇਕਰ ਗੁਰੂ ਆਪ ਕਿਰਪਾ ਕਰਕੇ ਕਰਵਾਏ। ਇਸ ਲਈ ਗੁਰੂ ਪਰਮੇਸ਼ਰ ਅੱਗੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਕਿ ਉਹ ਆਪ ਸਾਡੇ ਤੇ ਕਿਰਪਾ ਕਰਕੇ ਸਾਡੇ ਕੋਲੋਂ ਆਪਣੇ ਦਰ ਘਰ ਦੀ ਸੇਵਾ ਕਰਵਾ ਲੈਣ। ਸੋ ਸਿੱਖ ਸਿਧਾਂਤ ਦੇ ਅਨੁਸਾਰ ਅੱਜ ਆਪਾਂ ਇਸ ਵੀਡੀਓ 'ਚ ਸੇਵਾ ਬਾਰੇ ਸਾਂਝ ਪਾਈ ਹੈ ਜੀ। ਸੋ ਇਸ ਵੀਡੀਓ 'ਚ ਸੇਵਾ ਬਾਰੇ ਪੜ੍ਹਦੇ ਸਮੇਂ, ਗੁਰਬਾਣੀ ਦੇ ਵਿਚਾਰ ਕਰਦੇ ਸਮੇਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੈ ਜੀ। ਆਪ ਜੀ ਦਾ ਜਾਣ ਬੱਚਾ ਸਮਝ ਕੇ ਬਖਸ਼ ਲੈਣਾ ਜੀ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।